Hello everyone, welcome you all in your own channel Learn Everything. So the next important topic is the electrophilic substitution reaction of aryl amines. जो syllabus ਦਾ part है ना the organic compound containing nitrogen ਉਹਦੇ ਅੰਡਰ ਇਹ ਟੌਪਿਕ ਆਉਂਦਾ ਹੈ ਠੀਕ ਹੈ, ਜਿਹਦੇ ਵਿੱਚ ਕੁਝ ਇੰਪੋਰਟੈਂਟ ਰਿਐਕਸ਼ਨ ਸੀਗੀਆਂ, ਇਸ ਕਰਕੇ ਮੈਂ ਇਹ 'ਚ ਇਨਕਲੂਡ ਕੀਤੀਆਂ ਇਹ ਕਿਉਂਕਿ ਐਨਾਲਾਈਨ ਤੋਂ ਕੁਐਸਚਨ ਬਣ ਜਾਂਦਾ ਹੈ। ਠੀਕ ਹੈ ਕਿ ਜਿਹੜਾ ਐਨਾਲਾਈਨ ਹੈ ਨਾ ਉਹਦੇ ਉਹ ਜਿਹੜੀਆਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਦਿੰਦਾ ਉਹਦੇ ਵਿੱਚ ਨਾ ਐਕਚੁਅਲੀ ਔਰਥਾ ਅਤੇ ਪੈਰਾਡਾਇਰੈਕਟਿੰਗ ਆ, ਜਿਹੜਾ NH2 ਗਰੁੱਪ ਆ ਨਾ ਇੱਕ ਪਾਵਰਫੁਲ ਐਕਟੀਵੇਟਿੰਗ ਗਰੁੱਪ ਆ। ਇਸ ਕਰਕੇ ਇਹਦੀਆਂ ਰਿਐਕਸ਼ਨਸ ਜਿਹੜੀਆਂ ਨਾ ਇੰਪੋਰਟੈਂਟ ਬਣਦੀਆਂ ਕਿਉਂਕਿ ਔਰਥੋ ਵੀ ਆ ਅਤੇ ਪੈਰਾਡਾਇਰੈਕਟਿੰਗ ਦੋਨੋਂ ਹੀ ਆ। ਠੀਕ ਹੈ, ਮਤਲਬ ਔਰਥੋ 'ਤੇ ਵੀ ਰਿਐਕਸ਼ਨ ਦੇਗਾ ਅਤੇ ਪੈਰਾ 'ਤੇ ਵੀ ਦੇਗਾ। ਇਸ ਕਰਕੇ ਇਹਦੀਆਂ ਜਿਹੜੀਆਂ ਰਿਐਕਸ਼ਨਸ ਆ ਦੇ ਆਰ ਦਾ ਮੋਸਟ ਇੰਪੋਰਟੈਂਟ। ਇਹ ਅੰਡਰ ਕੋ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਕਿਉਂ ਜਾਂਦਾ, ਜੇ ਤੁਸੀਂ ਇਹਦੀ ਰੈਜ਼ੋਨੈਂਸ ਦੇਖੋ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਠੀਕ ਆ, ਫॉर द टाइमिंग ਆਪਾਂ ਇੰਪੋਰਟੈਂਟ ਰਿਐਕਸ਼ਨਸ ਦੇਖਦੇ ਹਾਂ ਕਿ ਪੇਪਰ 'ਚ ਕਿੱਦਾਂ ਰਿਐਕਸ਼ਨ ਆ ਸਕਦੀ ਹੈ। ਇਹ ਹੈਗੀ ਆਪਣੇ ਕੋਲ ਐਨਾਲਾਈਨ। ਠੀਕ ਹੈ, ਐਨਾਲਾਈਨ ਦੇ ਵਿੱਚ ਆਪਾਂ ਜੇ ਤਾਂ 3Br2 ਪਾਉਂਦੇ ਹਾਂ ਤਾਂ 3Br ਇਸ ਤਰ੍ਹਾਂ ਲੱਗਦੇ ਨੇ ਇਨ ਦੀ ਪ੍ਰੈਜ਼ੈਂਸ ਆਫ H2O। ਇਨ ਕੇਸ ਆਪਾਂ ਇਹਦੇ ਵਿੱਚ ਕੌਨਸਨਟ੍ਰੇਟਡ H2SO4 ਪਾਉਂਦੇ ਹਾਂ, ਬਟ ਉਹ ਜਿਹੜਾ ਆਪਾਂ ਕੌਨਸਨਟ੍ਰੇਟਡ H2SO4 ਪਾਉਂਦੇ ਹਾਂ ਉਹ 453 ਤੋਂ 473 ਕੈਲਵਿਨ 'ਤੇ ਪਾਉਂਦੇ ਹਾਂ, ਤਾਂ ਉਹ ਜਿਹੜਾ ਇਹਦੇ ਵਿੱਚੋਂ SO3H ਆਏਗਾ। ਜਦੋਂ ਆਪਾਂ ਤੋੜਦੇ ਹਾਂ H ਪੋਜ਼ੀਟਿਵ ਅਤੇ ਇੱਕ ਆਏਗਾ ਆਪਣੇ ਕੋਲ ਇੱਕ HSO3, ਇੱਧਰ OH ਨੈਗੇਟਿਵ ਚੱਲ ਜਾਏਗਾ, ਸੌਰੀ ਇੱਕ O ਨਿਕਲ ਜਾਏਗਾ ਅਤੇ ਸਾਡੇ ਕੋਲ SO3 ਬਚ ਗਿਆ, ਇੱਕ H ਚੱਲ ਗਿਆ ਅਤੇ ਇੱਥੇ H ਬਚ ਗਿਆ। ਇਹ ਪੋਜ਼ੀਟਿਵ ਹੋਏਗਾ ਅਤੇ OH ਨੈਗੇਟਿਵ ਬਾਹਰ, ਤੋਂ ਇਹ ਸਾਡੇ ਕੋਲ ਇੱਥੇ ਜਾ ਕੇ ਪੈਰਾਂ 'ਤੇ ਡਿਸਪਲੇਸ ਹੋ ਜਾਏਗਾ। ਠੀਕ ਹੈ, ਅਤੇ ਇਹਦੇ ਕੇਸ ਦੇ ਵਿੱਚ ਇਹਦੇ ਇਕੁਇਲਿਬਰੀਅਮ ਦੇ ਵਿੱਚ ਇੱਕ ਜ਼ਵਿਟਰ ਆਇਨ ਬਣਦਾ ਜਿਹਦੇ ਵਿੱਚ SO3 ਨੈਗੇਟਿਵ ਜਾ ਕੇ ਲੱਗਦਾ। ਇਹ ਦੇਖੋ, ਇਹ ਤੁਹਾਨੂੰ ਰਿਐਕਸ਼ਨ ਐਜ਼ ਇਟ ਇਜ਼ ਪੁੱਛੀ ਜਾ ਸਕਦੀ ਹੈ ਕਿ ਜਦੋਂ ਆਪਾਂ ਇਹਦੀ ਰਿਐਕਸ਼ਨ ਇਹਦੇ ਨਾਲ ਕਰਵਾਉਂਦੇ ਤਾਂ ਸਾਨੂੰ ਪ੍ਰੋਡਕਟਸ ਕੀ ਮਿਲਦੇ ਨੇ। ਠੀਕ ਹੈ, ਹੁਣ ਜੇ ਤੁਸੀਂ ਇਹਦੀ ਰਿਐਕਸ਼ਨ ਦੇਖੋ ਇੱਥੇ ਕਿ ਜੇ ਤਾਂ ਆਪਾਂ 3Br2 ਲਗਾਉਂਦੇ ਹਾਂ ਇਨ ਦੀ ਪ੍ਰੈਜ਼ੈਂਸ ਆਫ ਵਾਟਰ, ਤਾਂ ਇਹ ਔਰਥੋ ਅਤੇ ਪੈਰਾਡਾਇਰੈਕਟਿੰਗ ਦੋਨੇ ਆ, ਔਰਥੋ ਪੋਜੀਸ਼ਨ 'ਤੇ ਵੀ ਜਾ ਰਿਹਾ ਅਤੇ ਪੈਰਾ ਪੋਜੀਸ਼ਨ 'ਤੇ ਵੀ ਜਾ ਰਿਹਾ। ਬਟ ਇਨ ਕੇਸ ਆਪਾਂ Br2 ਪਾਉਂਦੇ ਹਾਂ, ਠੀਕ ਹੈ, ਆਹ ਦੇਖੋ Br2 ਨਾਲ CH3COOH, ਠੀਕ ਹੈ, ਤਾਂ ਫਿਰ ਸਾਡੇ ਕੋਲ ਜਿਹੜਾ Br ਆ ਉਹ ਸਿਰਫ ਪੈਰਾਡਾਇਰੈਕਟਿੰਗ ਹੁੰਦਾ। ਪਰ ਇਹਦੇ ਵਿੱਚ ਦੇਖੋ ਪੂਰੀ ਰਿਐਕਸ਼ਨ ਐਕਸਪਲੇਨ ਕੀਤੀ ਆ ਉਹਨੇ। ਪਹਿਲਾਂ ਇੱਕ ਦੱਸਿਆ CH3COL ਜਾਂ ਪੀਰੀਅਡਿਨ ਆਪਾਂ ਪਾਈਏ, ਠੀਕ ਹੈ, ਔਰ ਪਾ ਕੇ ਲਿਖਿਆ ਹੋਇਆ ਆ, ਅਤੇ ਤਾਂ ਵੀ ਸਾਨੂੰ ਇਹ ਪ੍ਰੋਡਕਟ ਮਿਲਣਾ ਆ। ਜੇ ਆਪਾਂ ਇੱਦਾਂ ਕਰੀਏ ਤਾਂ ਵੀ ਇਹੀ ਪ੍ਰੋਡਕਟ ਮਿਲਣਾ। ਕਲੀਅਰ। ਸਿਮਿਲਰਲੀ ਇਹਦੇ ਵਿੱਚ ਨੇ ਤੁਹਾਨੂੰ HNO3 ਦੇ ਨਾਲ ਦੱਸੀ ਹੋਈ ਆ ਅਤੇ ਨਾਲ ਉਹਨੇ CH3CO, ਇਹਦੇ ਵਿੱਚ 2 ਲਏ ਹੋਏ, ਇਹਦੇ ਨਾਲ O CH3COCl, ਠੀਕ ਹੈ, ਔਰ ਪਾ ਕੇ ਆਪਾਂ ਇਹ ਵੀ ਲੈ ਸਕਦੇ ਹਾਂ। ਜਾਂ ਫਿਰ ਇੱਥੇ ਇਹਦੀ ਸੈਕਿੰਡ ਰਿਐਕਸ਼ਨ ਦੱਸੀ HNO3 + H2SO4 ਅਤੇ ਨਾਲ H2O, ਅਤੇ ਸਾਡੇ ਕੋਲ ਮੇਜਰ ਪ੍ਰੋਡਕਟ ਕੀ ਬਣਦਾ NO2 ਪੈਰਾਡਾਇਰੈਕਟਿੰਗ। ਜੇ ਦੇਖੋ ਇਹ 'ਚ ਫਰਕ ਆ, ਜੇ ਇੱਥੇ ਤੁਸੀਂ Br2 ਲਿਆ ਅਤੇ ਇੱਥੇ ਕੀ ਆ Br ਪੈਰਾਡਾਇਰੈਕਟਿੰਗ ਆ। ਜੇ HNO3 ਦੇ ਵਿੱਚ NO2 ਆ ਜਾਣਾ ਨਾ, ਉਹ ਪੈਰਾਡਾਇਰੈਕਟਿੰਗ ਹੋ ਗਿਆ। ਕਲੀਅਰ ਆ, ਇੰਪੋਰਟੈਂਟ ਨਹੀਂ ਹੈ। ਹੁਣ ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਈਸੀ ਵਿੱਚ ਤੁਹਾਨੂੰ ਸਮਝ ਆ ਜਾਵੇ ਕਿ ਜੇ ਤਾਂ 3Br2 ਲੱਗੇ ਆ ਅਤੇ ਔਰਥੋ ਪੈਰਾਡਾਇਰੈਕਟਿੰਗ ਦੋਨੇ ਹੋਣਗੇ, ਬਟ ਜੇ Br2 ਇੱਦਾਂ ਪ੍ਰੈਜ਼ੈਂਟ ਆ ਤਾਂ ਇਕੱਲਾ ਪੈਰਾਡਾਇਰੈਕਟਿੰਗ ਹੋਏਗਾ, ਅਤੇ H2SO4 ਨਾਲ ਤੁਹਾਨੂੰ ਪਤਾ SO3H ਸਿਰਫ ਪੈਰਾ 'ਤੇ ਆਉਣਾ ਪੈਰਾਡਾਇਰੈਕਟਿੰਗ। ਔਰਥੋ 'ਚ ਤਾਂ ਸਿਰਫ ਇਹ ਪੜ੍ਹਿਆ, ਬਾਕੀ ਸਾਰੇ ਦੇਖੋ ਪੈਰਾਡਾਇਰੈਕਟਿੰਗ ਰਿਐਕਸ਼ਨਸ ਪੜ੍ਹ ਰਹੇ ਹਾਂ ਆਪਾਂ। ਠੀਕ ਹੈ, ਇਨ ਕੇਸ ਜੇ ਆਪਾਂ H2SO4 ਜਿਹੜਾ ਪਾਉਂਦੇ ਹਾਂ ਵਿਦ K2Cr2O7 ਤਾਂ ਇਹਦੇ ਵਿੱਚ ਆਕਸੀਡੇਸ਼ਨ ਹੁੰਦੀ ਹੈ। ਜੇ ਤਾਂ ਅਸੀਂ ਸਿੰਪਲ H2SO4 ਪਾਇਆ ਕੌਨਸਨਟ੍ਰੇਟਡ ਤਾਂ ਸਾਨੂੰ ਜਿਹੜਾ ਸਲਫੈਨਿਕ ਐਸਿਡ ਮਿਲ ਗਿਆ SO3H ਪੈਰਾਡਾਇਰੈਕਟਿੰਗ ਹੋ ਗਿਆ। ਬਟ ਇਨ ਕੇਸ ਆਪਾਂ ਇਹਦੀ ਨਾਲ K2Cr2O7 ਪਾਉਂਦੇ, ਇੱਕ ਆਕਸੀਡਾਈਜ਼ਿੰਗ ਏਜੰਟ ਪਾਉਂਦੇ, ਕੰਟਰੋਲਡ ਆਕਸੀਡੇਸ਼ਨ ਹੁੰਦੀ ਆ ਅਤੇ ਸਾਡੇ ਕੋਲ ਜਿਹੜਾ ਪੈਰਾ ਬੈਂਜ਼ੋਕਿਨੀਨ ਬਣਦਾ। ਇਹ ਉਹਦੀ ਰਿਐਕਸ਼ਨ ਦੇਖੋ, ਇਹ ਸਾਡੇ ਕੋਲ ਪ੍ਰੋਡਕਟ ਆ। ਇਹਦੀ ਸਟਰਕਚਰ ਥੋੜ੍ਹੀ ਵਿਜ਼ੂਲਾਈਜ਼ ਕਰਕੇ ਧਿਆਨ ਨਾਲ ਦੇਖ ਲੈਣਾ ਤਾਂ ਕਿ ਤੁਹਾਡੇ ਦਿਮਾਗ 'ਚ ਰਹਿ ਜਾਵੇ, ਕਿਉਂਕਿ ਇਹ ਰਿਐਕਸ਼ਨ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਵਾਲੀ K2Cr2O7। ਕਈ ਵਾਰ ਇਹ ਵੀ ਪੁੱਛਦਾ ਇਹ ਤੋਂ ਇਹ ਪ੍ਰੋਡਕਟ ਬਣਿਆ ਤਾਂ ਦੱਸੋ ਵਿੱਚ ਕੀ ਐਡ ਕੀਤਾ ਹੋਊਗਾ। ਠੀਕ ਹੈ, ਇਹ ਇੰਪੋਰਟੈਂਟ ਹੈਗੇ ਨੇ। ਤੁਹਾਨੂੰ ਇਹ ਰਿਐਕਸ਼ਨਸ ਕਲੀਅਰ ਹੋ ਗਈਆਂ। ਆਪਣੇ ਕੋਲ 2 ਰਿਐਕਸ਼ਨਸ ਬਚੀਆਂ ਜਿਹੜੀਆਂ ਹੁਣ ਧਿਆਨ ਨਾਲ ਦੇਖਣੀਆਂ। CHCl3 ਨਾਲ ਇਹਦੇ 3KOH ਮੋਲੀਕੂਲ, ਤਾਂ ਇਹਦੇ ਵਿੱਚ ਸਾਡੇ ਕੋਲ ਫਿਨਾਈਲ ਆਈਸੋਸਾਈਨਾਈਡ ਸਿੰਪਲ ਬਣਦੇ ਨੇ, ਫਿਨਾਈਲ ਨਾਲ ਆਈਸੋਸਾਈਨਾਈਡ NC। ਜੇ CN ਹੋਵੇ ਸਾਈਨਾਈਡ, ਮੰਨ ਲਓ ਆ C6H5 ਪਤਾ ਹੈ ਫਿਨਾਈਲ,
जे CN होवे साइनाइड, जे NC होवे आइसोसाइनाइड, मतलब ये जिहड़ी है बॉन्डिंग आ थ्रू N हुई है। ये भी क्लीयर हो गया। तो साडे कोल सिर्फ एक आह रिएक्शन बच गई है जिहदे विच आपां NaNa2 नाल कॉन्सनट्रेटेड HCl पाया तो डाइजोनियम सॉल्ट मिलता। ये तो बहुत ही ज़्यादा इंपॉर्टेंट रिएक्शन आ कि एनिलाइन तो आप डाइजोनियम सॉल्ट किद्दां बना सकते हैं। एनिलाइन लॉ उहदे विच NaNO2 पाओ, कॉन्सनट्रेटेड HCl पाओ, तुहानूं डाइजोनियम साल्ट मिल जाएगा। ठीक है। एरोमैटिक दे नाल जदों भी कोई एरोमैटिक रिंग दे उपर साडे कोल फिनाइल दे उपर N2Cl नैगेटिव N2 पॉजिटिव Cl नैगेटिव लगदा, उहनूं बोलदे डाइजोनियम सॉल्ट। क्लीयर है जी। बस यही इंपॉर्टेंट रिएक्शन सीगियां जिहड़ियां मैं डिस्कस करनी तुहाडे नाल क्योंकि बहुत इंपॉर्टेंट आ। रिवाइज मैं 2 बारी कराती, एक बारी फिर आपां देख लैंदे आं। जे तां आपां 3Br2 पाने आ H2 नाल ते ऑर्थो पैरा डायरैक्टिंग बनदा आ। जे इस तरह पाने सिंपल पैरा डायरैक्टिंग बनदा, कॉन्सनट्रेटेड H2SO4 पाने आ तां साडे कोल सल्फैनिक एसिड बनदा। बट जे H2SO4 विद आपां K2Cr2O7 पाने तां कंट्रोल्ड ऑक्सीडेशन बनदी, ये प्रोडक्ट बनदा। डाइजोनियम सॉल्ट मैं तुहानूं दसता आ। जे आपां इहदे विच देखिआ H2SO4 HNO3 पाने आ इस तरह ते NO2 जिहड़ा पैरा दे विच पैरा एज ए पैरा प्रोडक्ट दिंदा सानूं पैरा डायरैक्टिंग। जे आपां CHCl3 3 KOH दे नाल पाने तां सानूं फिनाइल आइसोसाइनाइड मिलदे आ। इन्हां नूं ध्यान रिएक्शनस नूं कर लेना इंपॉर्टेंट आ, इन्हां 'च क्वेश्चन बन सकदा। सो थैंक्स फॉर वॉचिंग द वीडियो।